तेग बहादुर के चलत पयो जगत को सोग है सब जग पयो जय 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 सुरलोक। चीफ खालसा दीवान ਦੀ ਸਮੁੱਚੀ ਸੰਸਥਾ ਵੱਲੋਂ 9ਵੀਂ ਜੋਤ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ 400 ਸਾਲਾਂ ਦੇ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖ ਸੰਗਤਾਂ ਘਰ ਬੈਠੇ ਹੀ ਆਨਲਾਈਨ ਗੁਰੂ ਉਸਤਤ ਦਾ ਆਨੰਦ ਮਾਣ ਰਹੀਆਂ ਹਨ। ਸਮੁੱਚੇ ਅਦਾਰਿਆਂ ਅਤੇ ਸੰਗੀਤ ਅਧਿਆਪਕਾਂ ਦਾ ਕੀਰਤਨ ਆਪ ਜੀ YouTube ਚੈਨਲ ਅਤੇ Facebook ਪੇਜ ਤੇ ਰੋਜ਼ਾਨਾ 5 ਤੋਂ 5:30 ਵਜੇ ਤੱਕ ਵੇਖ ਰਹੇ ਹੋ। ਦਰਬਾਰ ਮਹੱਲਾ 9ਵਾਂ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਵੱਲੋਂ 9ਵੇਂ ਪਾਤਸ਼ਾਹ ਜੀ ਦੇ ਸਲੋਕਾਂ ਦਾ ਗਾਇਨ ਆਪ ਜੀ ਵੀਕਐਂਡ ਤੇ 5 ਤੋਂ 5:30 ਵਜੇ ਤੱਕ ਸਰਵਨ ਕਰ ਰਹੇ ਹੋ। ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਬਾਣੀ ਉੱਤੇ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ऑनलाइन कीर्तन दरबार भी आयोजित किया जा रहा है। श्री गुरु हरकृष्ण सीनियर सैकेंडरी पब्लिक स्कूल जीटी रोड अमृतसर विखे बनाई नवी बिल्डिंग ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ ਬੱਚਿਆਂ ਦੇ ਭਾਸ਼ਣ, ਕਵਿਤਾ ਉਚਾਰਨ, ਕੀਰਤਨ, ਗੁਰਬਾਣੀ ਕੰਠ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ। चीफ खालसा दीवान के प्रधान सरदार निर्मल सिंह जी, चेयरमैन धर्म प्रचार कमेटी सरदार पाक सिंह जी अनखी, समूह अहुदेदारां ਅਤੇ सब संगतां ਦੇ सहयोग ਨਾਲ इन्हां प्रोग्रामां ਨੂੰ सफल बनाया जा रहा है। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह।
ਵਾਹਿਗੁਰੂ ਸਾਹਿਬ ਜੀ। ਟੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ। ਕਹੋ ਨਾਨਕ ਹਰਿ ਭਜਨ ਬਿਨ, ਬਿਰਥਾ ਸਭ ਹੀ ਮਾਨ। ਕਰਣੋ ਹੁਤੋ ਸੁਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਕਰਣੋ ਹੁਤੋ ਸੁਨਾ ਕੀਓ, ਪਰਿਓ ਲੋਭ ਕੈ ਫੰਦ। ਨਾਨਕ ਸਮਿਓ ਰਮ ਗਇਓ, ਅਬ ਕਿਉ ਰੋਵਤ ਅੰਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਚੀਫ ਖਾਲਸਾ ਦੀਵਾਨ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਇਹ ਜੋ ਨਵੇਕਲਾ ਪ੍ਰੋਗਰਾਮ ਦਰਬਾਰ ਮਹੱਲਾ ਨੌਵਾਂ ਉਲੀਕਿਆ ਗਿਆ ਹੈ, ਜਿਸ ਵਿੱਚ ਆਪ ਜੀ ਸ਼ਲੋਕ ਮਹੱਲਾ ਨੌਵਾਂ ਬਾਣੀ ਦੀ ਲੜੀਵਾਰ ਵਿਚਾਰ ਸ਼੍ਰਵਣ ਕਰ ਰਹੇ ਹੋ। ਆਓ ਅੱਜ ਦੇ ਵਿਚਾਰਾਂ ਨਾਲ ਜੁੜੀਏ। ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਦੀ ਇਕਾਗਰਤਾ ਕਰੀਏ। ਸਭੇ ਜਾਣੇ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਹੁਣ ਮਹਾਰਾਜ ਇਸ ਸ਼ਲੋਕ ਵਿੱਚ ਸਾਨੂੰ ਜੋ ਸੈਂਟਰਲ ਆਈਡੀਆ ਦੇ ਰਹੇ ਨੇ ਉਹ ਹੈ ਨਿਰਭਉ ਹੋਣ ਦਾ। ਅਸੀਂ ਜਿਹੜੀ ਸ਼ੁਰੂਆਤ ਵਿੱਚ ਵਿਚਾਰ ਆਰੰਭ ਕੀਤੀ ਸੀ ਉਹਦੇ ਵਿੱਚ ਵੀ ਅਸੀਂ ਸ਼ਰਵਣ ਕੀਤਾ ਸੀ ਕਿ ਜਮਾਂ ਦੀ ਫਾਹੀ ਸਹਿਣੀ ਬਹੁਤ ਔਖੀ ਆ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਨਹੀਂ ਸਹਿਆ ਜਾਂਦਾ। ਹੁਣ ਮਹਾਰਾਜ ਇੱਥੇ ਕਹਿ ਰਹੇ ਨੇ, ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਜਨਮਾਂ ਜਨਮਾਂਤਰਾਂ ਦੇ ਭਰਮ ਦੇ ਪਿਆ। ਕਿਉਂ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਕਾਲਾ ਸਿਆਹ ਹੋਇਆ ਪਿਆ, ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਹੈ। ਕਾਦੀ? ਕੁਕਰਮਾਂ ਦੀ। ਫਿਰ ਹੁੰਦਾ ਕੀ ਹੈ? ਜਮਾਂ ਨਾਲ, ਕਿਉਂਕਿ ਜਨਮ ਜਨਮ ਆਪਾਂ ਭਟਕਦੇ ਪਏ ਹੈਗਾ। ਜਦੋਂ ਜਨਮ ਦੀ ਸਮਾਪਤੀ ਹੋਣੀ ਆ, ਜਮਾਂ ਨਾਲ ਤੇ ਮੇਲ ਪੈਣਾ ਹੀ ਪੈਣਾ ਹੈਗਾ। ਜਮਾਂ ਨੂੰ ਤੇ ਮਿਲਣਾ ਹੀ ਮਿਲਣਾ ਹੈਗਾ। ਤੇ ਜਮਾਂ ਨਾਲ ਮਿਲਣਾ, ਜਮਾਂ ਦੀ ਮਾਰ ਨੂੰ ਸਹਿਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਪਰ ਅਸੀਂ ਕੀ ਕਰਦੇ ਆ? ਜਦੋਂ ਅਸੀਂ ਸੰਸਾਰ ਵਿੱਚ ਆਉਂਦੇ ਆ, ਆਉਣ ਦੇ ਬਾਵਜੂਦ ਵੀ ਅਸੀਂ ਭੁੱਲ ਜਾਂਦੇ ਆ। ਸਾਡੇ ਅੰਦਰੋਂ ਭੁੱਲ ਜਾਂਦਾ ਕਿ ਜਮਾਂ ਦੀ ਮਾਰ ਕੈਸੀ ਹੈ। ਇਹ ਬਾਣੀ ਚੇਤੇ ਕਰਾਂਦੀ ਹੈਗੀ ਹੈ ਕਿ ਬਈ ਜਮਾਂ ਦੀ ਮਾਰ ਬੜੀ ਕਰੜੀ ਹੈ, ਬੜੀ ਕਰੜੀ ਹੈ, ਨਹੀਂ ਸਹੀ ਜਾਂਦੀ। ਬਚਨ ਦਾ ਉਪਾਅ ਕੀ ਹੈ ਕਿ ਬਈ ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਤੇਰੇ ਅੰਦਰ ਇਹ ਨਿਰਮਲ ਭੈ ਬਣਾਉਂਦੇ ਪਹਿਲੇ ਬਾਣੀ ਕਿ ਬਈ ਜਮਾਂ ਦੀ ਫਾਹੀ ਸਹਿਣੀ ਔਖੀ ਹੈ। ਤੇਰੇ ਅੰਦਰ ਜਦ ਤੱਕ ਇਹ ਭੈ ਜਮਾਂ ਦਾ ਨਹੀਂ ਉਤਪੰਨ ਹੋਏਗਾ, ਜਦ ਤੱਕ ਤੇਰੇ ਅੰਦਰ ਮੌਤ ਦਾ ਭੈ ਨਹੀਂ ਉਤਪੰਨ ਹੋਏਗਾ, ਜਦ ਤੱਕ ਅੰਦਰ ਨਿਰਾਸ਼ਾ ਨਹੀਂ ਆਏਗੀ, ਦੁਨੀਆ ਤੋਂ ਨਿਰਾਸ਼ ਨਹੀਂ ਹੋਏਗਾ, ਤਦ ਤੱਕ ਤੂੰ ਅਸਲ ਸੱਚ ਵੱਲ ਨਹੀਂ ਜਾ ਸਕਦਾ। ਬਿਲਕੁਲ ਨਹੀਂ ਜਾ ਸਕੇਗਾ। ਤੇ ਨਿਰਾਸ਼ ਕਿਵੇਂ ਹੋਈ ਹੈ ਦੁਨੀਆ ਤੋਂ?
ਜਾਂ ਸੰਸਾਰ ਕਰਦਾ ਹੈ ਤੇ ਜਾਂ ਸ਼ਬਦ ਦੀ ਚੋਟ ਨਾਲ। ਜੇ ਸੰਸਾਰ ਦੀ ਚੋਟ ਨਾਲ ਨਿਰਾਸ਼ ਹੋਈਏ ਤਾਂ ਜਾਂ ਤਾਂ ਆਤਮ ਕ੍ਰਾਂਤੀ ਆ ਸਕਦੀ ਹੈ, ਜਾਂ ਆਤਮ ਵਿਸਮ੍ਰਿਤੀ ਆ ਸਕਦੀ ਹੈ, ਜਾਂ ਆਤਮ ਹੱਤਿਆ ਆ ਸਕਦੀ ਹੈ। ਦਾਸ ਇਸ ਦੀ ਬਹੁਤੇ ਵਿਚਾਰ ਵਿੱਚ ਨਹੀਂ ਜਾਏਗਾ, ਸਿਰਫ ਇੱਕ ਛੋਟਾ ਜਿਹਾ ਬਰੀਫ ਆਈਡੀਆ ਲੈਣਾ। ਆਤਮ ਹੱਤਿਆ, ਸੁਸਾਈਡ, ਅਸੀਂ ਜਾਣਦੇ ਹਾਂ ਕਿ ਜਿਹੜੇ ਸੁਸਾਈਡ ਹੁੰਦਾ ਹੈ ਉਹੀ ਬੰਦਾ ਕਰ ਸਕਦਾ ਜਿਹੜਾ ਬੰਦਾ ਬਹੁਤ ਨਿਰਾਸ਼ ਹੋਇਆ ਹੋਵੇ, ਸੰਸਾਰ ਤੋਂ ਬੜਾ ਜ਼ਿਆਦਾ ਨਿਰਾਸ਼ ਹੋਇਆ ਹੋਵੇ। ਆਮ ਬੰਦਾ ਸੁਸਾਈਡ ਨਹੀਂ ਕਰ ਸਕਦਾ। ਉਹੀ ਕਰ ਸਕਦਾ ਹੈਗਾ ਜਿਹਨੇ ਕੋਈ ਵੀ ਆਸਾ ਦੀ ਕਿਰਨ ਨਾ ਦਿਖਾਈ ਦੇਵੇ। ਐਸਾ ਬੰਦਾ ਜਿਹਨੂੰ ਸੰਸਾਰ ਚੋਂ ਕੋਈ ਵੀ ਆਸਾ ਦੀ ਕਿਰਨ ਨਾ ਦਿਖਾਈ ਦੇਵੇ, ਜਿਹਨੂੰ ਸੰਸਾਰ ਚੋਟ ਦੇ ਦੇਵੇ, ਉਹ ਜਾਂ ਤਾਂ ਆਤਮ ਹੱਤਿਆ ਕਰ ਸਕਦਾ ਹੈ, ਜਾਂ ਫਿਰ ਆਤਮ ਵਿਸਮ੍ਰਿਤੀ ਕਰ ਸਕਦਾ ਹੈ, ਆਪਣੇ ਆਪ ਨੂੰ ਭੁਲਾ ਦੇ ਸਕਦਾ ਹੈ। ਭੁਲਾਉਣ ਲਈ ਕੀ ਕਰਦੇ ਆ ਲੋਕ? ਨਸ਼ਿਆਂ ਦੀ ਵਰਤੋਂ ਕਰਦੇ ਆ। ਅਜਿਹੇ ਲੋਕ ਹੀ ਨਸ਼ਿਆਂ ਵਿੱਚ ਜਾਂਦੇ ਆ। ਜਿਹੜੇ ਬਹੁਤਾ ਸੋਚਣ ਵਾਲੇ, ਬਹੁਤੇ ਦਾਰਸ਼ਨਿਕ, ਬਹੁਤੇ ਫਿਲਾਸਫਰ ਜਿਹੜੇ ਲੋਕ ਹਨ, ਉਹ ਵੀ ਕਈ ਵਾਰ ਨਸ਼ਿਆਂ ਵਿੱਚ ਫਸ ਜਾਂਦੇ ਆ। ਕਿਉਂ? ਕਿਉਂਕਿ ਜਦੋਂ ਹੋਸ਼ 'ਚ ਆਉਂਦੇ ਆ ਉਹ ਕਹਿੰਦੇ ਵੀ ਆਪਾਂ ਆਪਣੇ ਆਪ ਨੂੰ ਬੇਹੋਸ਼ੀ 'ਚ ਹੀ ਰੱਖਣਾ ਹੈ, ਕਿਉਂਕਿ ਜੇ ਹੋਸ਼ 'ਚ ਆਏ ਦੁਨੀਆ ਦੇ ਦੁੱਖ ਆਣੇ ਆਣੇ, ਨਜ਼ਰ ਆਣੇ ਤੇ ਦੁੱਖ ਹੈ, ਸੱਚਾਈ ਹੈ। ਮਹਾਰਾਜ ਬਾਰ-ਬਾਰ ਕਹਿ ਰਹੇ ਨੇ, ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੇ ਨਾਹਿ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਹੈ, ਉਹ ਗੱਲ ਅਲੱਗ ਹੈ। ਰੋਜ਼ ਸਾਨੂੰ ਚੋਟ ਲੱਗਦੀ ਹੈ ਸੰਸਾਰ ਵੱਲੋਂ, ਪਰ ਛੋਟੀ ਚੋਟ ਹੁੰਦੀ ਹੈ, ਇਸ ਲਈ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਪਰ ਜਦੋਂ ਬਹੁਤ ਗਹਿਰੀ ਚੋਟ ਲੱਗਦੀ ਹੈ, ਐਸਾ ਬੰਦਾ ਜਾਂ ਆਤਮ ਹੱਤਿਆ ਕਰਦਾ ਹੈ, ਸੁਸਾਈਡ ਕਰਦਾ ਹੈ, ਜਾਂ ਆਤਮ ਵਿਸਮ੍ਰਿਤੀ ਕਰਦਾ ਹੈ, ਆਪਣੇ ਆਪ ਨੂੰ ਭੁਲਾ ਦਿੰਦਾ ਹੈ। ਕਿਵੇਂ? ਨਸ਼ਿਆਂ ਨਾਲ, ਜਾਂ ਆਤਮ ਕ੍ਰਾਂਤੀ ਲੈ ਕੇ ਆਂਦਾ ਹੈਗਾ। ਆਤਮ ਕ੍ਰਾਂਤੀ ਕੀ ਹੈ? ਠੀਕ ਹੈ, ਇਹ ਸੰਸਾਰ ਮੈਂ ਤੇਰੇ ਤਰੀਕੇ ਨਾਲ ਜੀ ਲਿਆ, ਹੁਣ ਉਹ ਫਿਰ ਕੀ ਕਰਦਾ ਹੈ? ਗੁਰੂ ਅੱਗੇ ਅਰਦਾਸ ਕਰਦਾ ਹੈ, ਇਹ ਗੁਰੂ, हे ਪ੍ਰਮਾਤਮਾ, ਹੁਣ ਮੈਂ ਤੇਰੇ ਤਰੀਕੇ ਨਾਲ ਚੱਲਣਾ ਹੈ, ਹੁਣ ਮੈਂ ਤੇਰੇ ਵਾਂਗੂ ਬਣਨਾ ਹੈ। ਜੇ ਉਹ ਸਿੱਖ ਹੈ ਤੇ ਪੂਰਨ ਰਹਿਤੀਆ ਹੋ ਜਾਏਗਾ, ਪੂਰਨ ਰਹਿਤ ਬਹਿਤ ਵਿੱਚ ਹੋ ਜਾਏਗਾ। ਜੇ ਉਹ ਹਿੰਦੂ ਹੈ ਤੇ ਪੱਕਾ ਕਰਮ ਕਾਂਡੀ ਹੋ ਜਾਏਗਾ। ਜੇ ਉਹ ਮੁਸਲਮਾਨ ਹੈ ਤਾਂ ਪੱਕਾ ਉਹ ਜੋ ਮੁਹੰਮਦ ਸਾਹਿਬ ਦੀ ਜੋ ਫਿਲਾਸਫੀ ਹੈ ਉਹਦੇ ਤੇ ਚੱਲੇਗਾ। ਉਹ ਕਹੇਗਾ, ਐ ਗੁਰੂ ਮੈਂ ਤੇਰੇ ਵਰਗਾ ਜੀਵਨ ਜੀਣਾ। ਆਤਮ ਕ੍ਰਾਂਤੀ। ਤੇ ਦੂਸਰਾ ਹੈ ਸ਼ਬਦ ਦੀ ਚੋਟ। ਜਦੋਂ ਸ਼ਬਦ ਦੀ ਚੋਟ ਪੈ ਜਾਵੇ ਤਾਂ ਵੀ ਬੰਦਾ ਆਤਮ ਕ੍ਰਾਂਤੀ ਵੱਲੋਂ ਹੀ ਜਾਂਦਾ ਹੈਗਾ। ਸੋ ਕੋਸ਼ਿਸ਼ ਕਰੀਏ ਸ਼ਬਦ ਦੀ ਗਹਿਰਾਈ ਨੂੰ ਸਮਝੀਏ, ਸ਼ਬਦ ਦੀ ਚੋਟ ਨੂੰ ਲਈਏ, ਐਕਸੈਪਟ ਕਰੀਏ। ਸੋ ਜਦ ਤੱਕ ਤੇਰੇ ਅੰਦਰ ਇਹ ਨਿਰਮਲ ਭੈ ਨਹੀਂ ਨਾ ਆਉਂਦਾ ਮਨਾ, ਇਹ ਤੇਰੇ ਅੰਦਰ ਜਦ ਤੱਕ ਨਿਰਮਲ ਭੈ ਨਹੀਂ ਆਉਂਦਾ, ਤੂੰ ਨਿਰਭਉ ਨਹੀਂ ਬਣ ਸਕਦਾ। The moment ਤੇਰੇ ਅੰਦਰ ਨਿਰਮਲ ਭੈ ਆ ਗਿਆ, ਤੈਨੂੰ ਲੱਗਾ ਕਿ ਵੀ ਹਾਂ ਇਹ ਤੇ ਕੰਮ ਗੜਬੜ ਹੈ, ਤੈਨੂੰ ਸੰਸਾਰ ਵੱਲੋਂ ਨਿਰਾਸ਼ਾ ਜਾਗੀ, ਤੈਨੂੰ ਸ਼ਬਦ ਨੇ ਚੋਟ ਕੀਤਾ ਤੇਰੇ ਅੰਦਰ, ਤੂੰ ਕੀ ਕਰੇਗਾ ਫਿਰ? ਤੂੰ ਕਹੇਗਾ, ਐ ਗੁਰੂ ਮੈਂ ਹੁਣ ਤੇਰੇ ਵਾਂਗੂ ਜੀਣਾ। ਤੇ ਮਹਾਰਾਜ ਜੀਵਨ ਜਾਚ ਕੀ ਸਿਖਾਉਂਦੇ ਆ? ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਇਹ ਜਿਹੜਾ ਤੇਰਾ ਮੌਤ ਦਾ ਡਰ ਹੈ ਉਹਨੂੰ ਵੀ ਦੂਰ ਕਰ ਦੇਵੇਗਾ। ਜਿਵੇਂ ਪ੍ਰਮਾਤਮਾ ਆਪ ਨਿਰਭਉ ਹੈ, ਉਹ ਤੈਨੂੰ ਵੀ ਨਿਰਭਉ ਬਣਾ ਦੇਗਾ। ਕਿਵੇਂ? ਕਹੋ ਨਾਨਕ ਹਰਿ ਭਜ ਮਨਾ, ਇਹ ਮਨ ਤੂੰ ਹਰੀ ਦਾ ਭਜਨ ਕਰ, ਤੂੰ ਬੰਦਗੀ ਕਰ, ਤੂੰ ਨਾਮ ਜਪ, ਬਾਣੀ ਪੜ, ਸਿਮਰਨ ਕਰ। ਕਰਨਾ ਹੀ ਪਏਗਾ, ਤਾਂ ਹੀ ਨਿਰਭੈਤਾ ਆਏਗੀ ਤੇਰੇ ਅੰਦਰ। ਸਿਮਰਨ ਕਿਉਂ ਕਰਨਾ? ਤਾਂ ਕਿ ਚੇਤੇ ਆ ਜਾਵੇ, ਯਾਦ ਆ ਜਾਵੇ, ਪਰਮਾਤਮਾ ਤੇ ਹੈ ਪਰੰਤੂ ਮੇਰੇ ਚੇਤੇ ਵਿੱਚ ਨਹੀਂ ਹੈ। ਉਹਨੂੰ ਚੇਤੇ ਵਿੱਚ ਲਿਆਣਾ,
ਐਸੇ ਲਈ ਨਾਮ ਜਪਣਾ, ਉਹਨੂੰ ਯਾਦ ਕਰਨਾ। ਹੁਣ ਅੱਗੇ ਮਹਾਰਾਜ ਕਹਿ ਰਹੇ ਨੇ, ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਇਹ ਤੇ ਰੂਹ ਨੂੰ ਜਾਚ ਸਿਖਾ ਰਹੇ ਨੇ ਮਹਾਰਾਜ ਕਿ ਕਿਵੇਂ ਅਰਦਾਸ ਕਰਨੀ ਹੈ, ਕਿਵੇਂ ਤੂੰ ਗੁਰੂ ਅੱਗੇ ਢਹਿਣਾ ਹੈ। ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ, ਤੂੰ ਕਿਵੇਂ ਗੁਰੂ ਅੱਗੇ ਢਹਿਣਾ ਹੈ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਇਹ ਮਨ ਦੇ ਮਾਨ ਨਹੀਂ ਜਾਂਦੇ। ਕਿਉਂ? ਕਿਉਂਕਿ ਇੰਨੇ ਚਿਰ ਸੰਸਾਰ ਵਿੱਚ ਰਹਿਣ ਕਰਕੇ ਸਾਨੂੰ ਲੱਗਦਾ ਹੈਗਾ ਕਿ ਇਹ ਜਗ ਮਿੱਠਾ, ਅਗਲਾ ਕਿਨ ਡਿੱਠਾ। ਪਰੰਤੂ ਪਿਆਰਿਆ, ਜਦ ਦਿਨ ਚੋਟ ਲੱਗ ਗਈ ਨਾ, ਜਦ ਦਿਨ ਸ਼ਬਦ ਨੇ ਚੋਟ ਲਗਾਤੀ ਅੰਦਰ, ਤਾਂ ਫਿਰ ਤੂੰ ਖੁਦ ਕਹੇਗਾ ਕਿ ਨਹੀਂ, ਇਹ ਜਗ ਨਹੀਂ ਮਿੱਠਾ। ਠੀਕ ਹੈ, ਇਹ ਜਗਤ ਵਿੱਚ ਰਹਿਣਾ ਹੈ, ਪਰੰਤु ਇਹ ਜਗਤ ਹੀ ਸਾਰਾ ਕੁਝ ਹੈ। ਤੂੰ ਇਸ ਖਿਆਲਾਤ ਤੋਂ ਤੂੰ ਉੱਪਰ ਉੱਠ ਜਾਏਗਾ। ਇਹ ਤੇਰਾ ਖਿਆਲ ਠੀਕ ਹੋ ਜਾਏਗਾ ਕਿ ਇਹ ਜਗਤ ਸਾਰਾ ਕੁਝ ਨਹੀਂ ਹੈ, ਇਹ ਉਸ ਦਾ ਖੇਲ ਹੈ। ਤੇ ਤੂੰ ਵੀ ਅਰਦਾਸ ਕਰੇਗਾ, ਨਿਮਾਣੇ ਹੋ ਕੇ, ਨਿਤਾਣੇ ਹੋ ਕੇ ਗੁਰੂ ਅੱਗੇ ਤੂੰ ਜੋਦੜੀ ਕਰੇਗਾ, ਇਹ ਗੁਰੂ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਨਹੀਂ ਜਾਂਦਾ ਜੇ ਮਾਨ, ਧਨ ਦਾ ਮਾਨ, ਸੰਪਦਾ ਦਾ ਮਾਨ, ਤੁਹਾਡੀ ਕਿੰਨੀ ਪਹੁੰਚ ਹੈ, ਮੇਰੀ ਇੰਨੀ ਪਹੁੰਚ, ਮੇਰੀ ਇੰਨੀ ਪਹੁੰਚ, ਮੇਰੀ ਇੰਨੀ ਪਹੁੰਚ ਹੈ, ਇਹ ਮਾਨ, ਇਹ ਨਹੀਂ ਜਾਂਦੇ ਜਲਦੀ। ਇਹ ਸਿਰਫ ਉਦੋਂ ਹੀ ਜਾ ਸਕਦੇ ਆ ਜਦੋਂ ਚੋਟ ਲੱਗ ਜਾਵੇ। ਸੋ ਜਦੋਂ ਤੂੰ ਇਹ ਅਰਦਾਸ ਕੀਤੀ, ਇਹ ਪ੍ਰਮਾਤਮਾ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। हे ਪ੍ਰਮਾਤਮਾ, ਮੈਂ ਦੁਰਮਤ ਨਾਲ ਭਰਿਆ ਪਿਆ, ਮੈਂ ਗਲਤ ਨਾਲ, ਮਨਮੁਖਤਾ ਨਾਲ ਭਰਿਆ ਪਿਆ, ਬਚਾ ਲਓ ਮੈਨੂੰ। ਬਸ ਇੱਕ ਵਾਰੀ ਢਹਿਣ ਦੀ ਦੇਰ ਹੈ। ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਵਾਰੀ ਢਹਿ ਪੈ, ਸ਼ਰਨ ਪੈ ਜਾ, तेरे मुंह निकल जाए, सगल द्वार को छाड़ के गयो तुहारो द्वार, बाहे गहे की लाज यस गोबिंद दास तुहार। फिर तेन समझ लग जाएगी कि भाई तेनू सच्चा मान की हैगा, तान मान दी बाण, सच्चा नानक की प्रभ टेक। इहदा मान ही सच्चा मान है। जगत दा मान सच्चा मान नहीं है, लेकिन प्रभु का मान सच्चा मान है, परमात्मा का मान सच्चा मान है। क्यों? क्योंकि वो आप निर्भव निर्वैर, थोड़ी मित्रता होगी, तुसी भी निर्भव निर्वैर। ऐसा परमात्मा जिहड़ा आप सतचित आनंद, थोड़ी मित्रता होगी, तुसी भी सतचित आनंद। सो महाराज इत्थे तैनूं अरदास करन दा एक ढंग सिखा रहे ने। जतन बहुत मैं कर रहयो, मिटियो ना मन को मान, दुरमत सियो नानक फदियो, राख लियो भगवान। सो आओ अगे महाराज कहते ने, बाल जवानी और बिरद फुन, तीन अवस्था जान, कहो नानक हर भजन बिन, बिरथा सब ही मान। फिर तेरे अंदर यह रियलाइजेशन आएगी, ਜਦੋਂ ਤੈਨੂੰ ਸੰਸਾਰ ਦੀ ਚੋਟ ਲੱਗ ਗਈ ਨਾ, ਸ਼ਬਦ ਦੀ ਚੋਟ ਲੱਗ ਗਈ, ਤੇ ਜਦੋਂ ਸ਼ਬਦ ਨੇ ਤੇਰੇ ਅੰਦਰ ਵਸਣਾ ਸ਼ੁਰੂ ਕਰ ਦਿੱਤਾ, ਤੂੰ ਗੁਰੂ ਦੀ ਰਹਿਤ ਬਹਿਤ ਉੱਤੇ ਚੱਲਣਾ ਸ਼ੁਰੂ ਕਰ ਦਿੱਤਾ, ਫਿਰ ਕੀ ਹੋਗਾ? फिर तेन समझ आनी शुरू हो जाएगी। बाल जवानी हर बिरद फुन, तीन अवस्था जान, कहो नानक हर भजन बिन, बिरथा सब ही मान। सारा कुछ बिरथा है, सारा कुछ बिरथा है। तीन अवस्था ने जीवन दिया, बाल अवस्था, जवान अवस्था, बिरद अवस्था। तेन समझ लगनी शुरू हो जाएगी कि भाई जेड़ी अवस्था परमेश्वर दे नाम तो, परमात्मा दे नाम तो बगैर हैगी है, वो व्यर्थ है, वो जीवन मेरा व्यर्थ है।
ਉਹ ਅਵਸਥਾ ਜੀਵਨ ਦੀ ਮੇਰੀ ਵਿਅਰਥ ਹੈ। ਸੋ ਜਿੰਨੀ ਜਲਦੀ ਸੰਭਾਲੇਗਾ ਉਨਾ ਹੀ ਬਿਹਤਰ ਹੋਏਗਾ। ਹਜੇ ਵੀ ਮੌਕਾ ਹੈਗਾ, परमात्मा हजे भी तुहानू मौका दे रहा है। संभल जाओ, संभल जाओ, इस त्रैगुणी माया तो ऊपर उठ जाओ। किवें? परमेश्वर दा नाम जप के। साडे कोल ते खजाना दिता सानू धन श्री गुरु ग्रंथ साहिब जी महाराज। इसकी बाणी नू पढ़िए, विचारिए, खोजिए ते ओनू अपनाइए, ओदी जीवन कला नू अपने अंदर लियाउण दा यतन करिए, शब्द नाल चोट करिए। महाराज अगे कह रहे ने, करनो हुतो सुना कियो, परयो लोभ कै फंद, नानक समयो रम गयो, अब क्यों रोवत अंध। भाई जो करना सी वो ते कीता ही नहीं। करण की आया सी? आयो सुनन पढ़न को बाणी। की करन आया सी? तो प्राणी तू आया लाहा लैन। कादे लई जन्म दिन मिलिया सी? भई प्राप्त मानुख दे हुरिया गोबिंद मिलन की ए तेरी बरिया। पर जरो तू ए सच्चा सौदा कीता नहीं, तू कच्चा धन सचदा रहा। कच्चा धन केड़ा? संसार दा मान, संसार दा धन, परमात्मा दा नाम दा धन नहीं तू इकट्ठा कीता। तां फिर की होया? महाराज कहंदे ने, काचा धन संचय मूर्ख गावार, मनमुख भूले अंध गावार, विख्या कह धन सदा दुख होए, ना साथ जाए ना प्राप्त होए। ते मनमुखता ही करती। इन्ने वड्डे भागा नाल तैनूं मनुखा जन्म मिलिया, व्यर्थ गवा लिया। करनो हुतो सुना कियो, परयो लोभ कै फंद। संसार दे लोभ विच फस के रह गया। जो करन आ रहा सी तू, जो करन लई तेरा जन्म होया सी, वो ते तू कीता ही ना। फिर महाराज कहते, नानक समय रम गयो, अब क्यों रोवत अंध। उनको फिर पछता रहा। फिर जो महाराज दस रहे ने कि जो जन्म खत्म हो गया, मौत आ गई, तू परमेश्वर का नाम सिमरन नहीं किता मना, फिर क्यों तू डरदा है? फिर क्यों तू जमा दी फाहे तो डर गया है? सहनी पऊगी फिर तेनू सहनी ही पैनी है। नानक समय रम गयो, अब क्यों रोवत अंध। हुण रोण दा की फायदा? समा ते निकल गया। इन्ना ज्यादा समा दिता सी, ओ ते संभालिया ना। सो प्यारियो, यतन करिए। धन श्री गुरु ग्रंथ साहिब जी महाराज जो 10 पातशाहियों की जागदी जोत है, जाहरा जहूर है, हाजरा हजूर है, सर्व कला भरपूर सतगुरु है। ऐसे सतगुरु नाल जुड़िए, सच्चे पातशाह की बाणी नू पढ़िए, खोजिए, विचारिए ते बाणी चो जेड़ी जीवन कला है ना, जो जीवन जुगत है, ओनू अपने जीवन विच लियाउण दा यतन करिए। पर आपे नहीं होएगी। ये किद्दां होएगी? ढह के होए निमाणी ढह पवा पूरे सतगुर पास। निमाणे होके जेड़ा तेरा पूरा सतगुरु है ना, ओदे अगे ढहना पऊगा। निमाणिया नू मान दे, गुर सतगुर करे साबास। ताइयों ही गुरु दी असीस मिलेगी। ते जदों गुरु दी असीस मिलेगी, ताइयों ही तू गुरु नाल जुड़ सकेगा। सो आओ प्यारियो, ये जेड़ा चरण सरन गुर एक पैंडा जाए चल, ये जेड़ा एक पैंडा चलना ना, इहदी अरदास करिए। हे परमात्मा, साडी बाह फड़, सानू उद्दम बख्श, असी एक कदम चल सकीए, तेरे वल नू चल सकीए, तेरी बाणी नू पढ़ सकीए, तेरी बाणी नू खोज सकीए, तेरी बाणी वांगू असी अपनी जीवन जाच बना सकीए। जो बाणी जीवन जाच सिखांदी है, उसनू असी अपने जीवन विच लिया सकीए। इसकी अरदास करिए। सो आओ, जिथे अपने वास्ते अरदास करनी, उथे इस निमाणे वास्ते भी अरदास करनी जी। इतनी सेवा प्रवान करनी जी। भुल चुक दी क्षमा बख्शनी। गज के सारे फतेह बुलाओ। वाहिगुरु जी का खालसा, वाहिगुरु जी की फतेह।
ਫਤਿਹ।